हाँ जी बच्चों ये जोड़ा चैप्टर हैगा चैप्टर नंबर 17 हैगा यूनिट 8वां हैगा ਇਹਦੇ ਵਿੱਚ ਹੈਗਾ ਕਿ ਭਾਰਤ ਤੇ ਇਹਦੇ ਜਿਹੜੇ ਗੁਆਂਢੀ ਦੇਸ਼ ਹੈਗੇ ਆ ਉਹਨਾਂ ਨਾਲ ਭਾਰਤ ਦੇ ਕਿਸ ਤਰ੍ਹਾਂ ਦੇ ਸੰਬੰਧ ਨੇ ਇਸ ਬਾਰੇ ਚੈਪਟਰ ਹੈਗਾ। ਤਾਂ ਪਹਿਲਾਂ ਆਪਾਂ ਛੋਟੇ ਨੰਬਰਾਂ ਵਾਲੇ ਪ੍ਰਸ਼ਨ ਕਰਾਂਗੇ, ਇੱਕ ਨੰਬਰ ਵਾਲੇ ਪ੍ਰਸ਼ਨ, ਇਸੇ ਤਰ੍ਹਾਂ ਦੋ ਨੰਬਰ ਵਾਲੇ, 4 ਤੇ 6 ਨੰਬਰ ਵਾਲੇ। ਜਿਹੜਾ ਪਹਿਲਾ ਪ੍ਰਸ਼ਨ ਹੈਗਾ ਇਹ ਹੈਗਾ ਕਿ ਮੈਕਮੋਹਨ ਰੇਖਾ ਕੀ ਹੈ। ਤਾਂ ਇਹ ਰੇਖਾ ਜਿਹੜੀ ਮੈਕਮੋਹਨ ਰੇਖਾ ਹੈਗੀ ਇਹ ਭਾਰਤ ਤੇ ਚੀਨ ਦੇ ਵਿਚਕਾਰੋਂ ਰੇਖਾ ਜਿਹੜੀ ਖਿੱਚੀ ਗਈ ਇਹਨੂੰ ਅਸੀਂ ਮੈਕਮੋਹਨ ਰੇਖਾ ਕਹਿੰਦੇ ਆ। ਦੋ ਦੇਸ਼ਾਂ ਦੇ ਵਿਚਕਾਰ ਜਿਹੜੀਆਂ ਰੇਖਾਵਾਂ ਖਿੱਚੀਆਂ ਜਾਂਦੀਆਂ ਨੇ ਉਹਨਾਂ ਦੇ ਨਾਮ ਰੱਖੇ ਹੋਏ ਆ ਅਲੱਗ-ਅਲੱਗ ਦੇਸ਼ਾਂ ਦੇ ਵਿਚਕਾਰ ਜਿਹੜੇ ਰੇਖਾਵਾਂ ਹੈਗੀਆਂ, ਜਿਵੇਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਰੇਖਾ ਹੈਗੀ ਏ ਇਹਨੂੰ ਅਸੀਂ ਬੱਚਿਓ ਵਿੱਚੋਂ ਡਿਸਟਰਬੈਂਸ ਹੋ ਰਹੀ ਹੈ, ਤੁਸੀਂ ਪਲੀਜ਼ ਆਪਣੇ ਮਾਈਕ ਬੰਦ ਕਰ ਦਿਓ ਨਹੀਂ ਤਾਂ ਸਾਰੇ ਬੱਚਿਆਂ ਨੂੰ ਡਿਸਟਰਬੈਂਸ ਹੋਵੇਗੀ। ਹਾਂਜੀ ਮੈਂ ਦੱਸ ਰਿਹਾ ਸੀ ਕਿ ਦੋ ਦੇਸ਼ਾਂ ਦੇ ਵਿਚਕਾਰ ਜਿਹੜੀਆਂ ਬਾਉਂਡਰੀਜ਼ ਹੁੰਦੀਆਂ ਨੇ, ਰੇਖਾ ਹੁੰਦੀਆਂ ਨੇ, ਇਹਨਾਂ ਦੇ ਨਾ ਨਾਮ ਰੱਖੇ ਹੋਏ ਆ ਅਲੱਗ-ਅਲੱਗ ਦੇਸ਼ਾਂ ਦੇ ਵਿਚਕਾਰ ਜਿਹੜੀਆਂ ਰੇਖਾਵਾਂ ਨੇ ਉਹਨਾਂ ਦੇ ਨਾਮ ਹੈਗੇ ਆ। ਜਿਸ ਤਰ੍ਹਾਂ ਭਾਰਤ ਤੇ ਚੀਨ ਦੇ ਵਿਚਕਾਰ ਜਿਹੜੀ ਰੇਖਾ ਹੈਗੀ ਹੈ ਇਹਨੂੰ ਅਸੀਂ ਕਹਿ ਦਿੰਦੇ ਹਾਂ ਮੈਕਮੋਹਨ ਰੇਖਾ। ਇਸੇ ਤਰ੍ਹਾਂ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਰੇਖਾ ਹੈਗੀ ਹੈ ਇਹਨੂੰ ਅਸੀਂ ਕਹਿ ਦਿੰਦੇ ਹਾਂ ਰੈੱਡ ਕਲਿਫ ਰੇਖਾ। ਇਹ ਤੁਸੀਂ ਯਾਦ ਰੱਖਣਾ। ਦੂਸਰਾ ਪ੍ਰਸ਼ਨ ਹੈਗਾ ਚੀਨ ਨੇ ਭਾਰਤ ਤੇ ਹਮਲਾ ਕਦੋਂ ਕੀਤਾ। ਤਾਂ ਇਹ ਮੈਂ ਕਲਾਸ ਵਿੱਚ ਤੁਹਾਨੂੰ ਕਈ ਵਾਰ ਦੱਸ ਚੁੱਕਿਆ ਕਿ ਚੀਨ ਨੇ ਭਾਰਤ ਤੇ 1962 ਵਿੱਚ ਹਮਲਾ ਕੀਤਾ ਸੀਗਾ। ਤੁਹਾਨੂੰ ਪਤਾ ਹੈ ਕਿ 1954 ਦੇ ਵਿੱਚ ਭਾਰਤ ਤੇ ਚੀਨ ਦੇ ਵਿਚਕਾਰ ਸਮਝੌਤਾ ਹੋਇਆ ਸੀਗਾ ਜਿਹਨੂੰ ਅਸੀਂ ਪੰਚਸ਼ੀਲ ਸਮਝੌਤਾ ਕਹਿੰਦੇ ਹਾਂ। ਤਾਂ ਉਹਦੇ ਵਿੱਚ ਚੀਨ ਨੇ ਕਿਹਾ ਸੀਗਾ ਕਿ ਅਸੀਂ ਹਿੰਦੂ ਤੇ ਚੀਨੀ ਅਸੀਂ ਭਾਈ ਭਾਈਆਂ ਅਤੇ ਅਸੀਂ ਇੱਕ ਦੂਜੇ ਦੀ ਸਰਹੱਦਾਂ ਦੇ ਉੱਪਰ ਹਮਲਾ ਨਹੀਂ ਕਰਾਂਗੇ, ਇੱਕ ਦੂਜੇ ਦੀ ਪ੍ਰਭੂ ਸੱਤਾ ਦਾ ਅਸੀਂ ਸਨਮਾਨ ਕਰਾਂਗੇ। ਪਰ ਚੀਨ ਧੋਖੇਬਾਜ਼ ਨਿਕਲਿਆ ਅਤੇ ਉਹਨੇ 1962 ਦੇ ਵਿੱਚ ਭਾਰਤ ਦੇ ਉੱਪਰ ਹਮਲਾ ਕੀਤਾ ਸੀ ਅਤੇ ਭਾਰਤ ਦਾ ਬਹੁਤ ਸਾਰਾ ਏਰੀਆ ਜਿਹੜਾ ਹੈਗਾ ਉਹ ਚੀਨ ਨੇ ਉਹਦੇ 'ਤੇ ਕਬਜ਼ਾ ਕਰ ਲਿਆ ਸੀ, ਜਿਹਨੂੰ ਅਸੀਂ ਸਿਆਚਿਨ ਗਲੇਸ਼ੀਅਰ ਕਹਿੰਦੇ ਹਾਂ। ਤੀਸਰਾ ਪ੍ਰਸ਼ਨ ਹੈਗਾ ਭਾਰਤ ਪਾਕਿਸਤਾਨ ਸੰਬੰਧਾਂ ਵਿਚਕਾਰ ਤਣਾਅ ਦਾ ਮੁੱਖ ਕਾਰਨ ਕੀ ਹੈ। ਭਾਰਤ ਤੇ ਪਾਕਿਸਤਾਨ ਤੁਹਾਨੂੰ ਪਤਾ ਕਿ ਜਿਹੜੇ ਸੰਬੰਧ ਹੈਗੇ ਆ ਉਹ ਬੜੇ ਤਲਖੀ ਭਰੇ ਆ, ਬੜੇ ਖੱਟੇ ਮਿੱਠੇ ਸੰਬੰਧ ਰਹੇ ਆ ਸਾਡੇ ਪਾਕਿਸਤਾਨ ਦੇ ਨਾਲ। ਅਤੇ ਇਹਦਾ ਮੁੱਖ ਕਾਰਨ ਹੈਗਾ ਕਸ਼ਮੀਰ। ਕਸ਼ਮੀਰ ਜਿਹੜਾ ਹੈਗਾ ਉਹ ਵੈਸੇ ਹੁਣ ਸਾਡੇ ਕੋਲ ਸਾਡੇ ਭਾਰਤ ਦਾ ਇੱਕ ਹਿੱਸਾ ਹੈ, ਪਰ ਜਿਹੜਾ ਪਾਕਿਸਤਾਨ ਹੈ ਉਹ ਕਹਿੰਦਾ ਕਿ ਕਸ਼ਮੀਰ 'ਤੇ ਸਾਡਾ ਹੱਕ ਹੋਣਾ ਚਾਹੀਦਾ, ਕਸ਼ਮੀਰ ਸਾਡਾ। ਤਾਂ ਇਸ ਖਿੱਚੋਤਾਣ ਦੇ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਸੰਬੰਧ ਹੈਗੇ ਆ ਉਹ ਸੁਖਾਵੇਂ ਨਹੀਂ ਰਹੇ। ਅੱਜ ਵੀ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਇਹ ਸੰਬੰਧ ਜਿਹੜੇ ਹੈਗੇ ਆ ਉਹ ਤਣਾਅਪੂਰਨ ਬਣੇ ਹੋਏ ਨੇ ਅਤੇ ਇਹਦਾ ਰੀਜ਼ਨ ਹੈਗਾ ਕਸ਼ਮੀਰ ਦੀ ਸਮੱਸਿਆ। ਚੌਥਾ ਪ੍ਰਸ਼ਨ ਸ਼ਿਮਲਾ ਸਮਝੌਤਾ ਕਦੋਂ ਅਤੇ ਕਿਹੜੇ ਦੋ ਦੇਸ਼ਾਂ ਵਿਚਕਾਰ ਹੋਇਆ ਸੀ। ਤਾਂ ਸ਼ਿਮਲਾ ਸਮਝੌਤਾ ਹੋਇਆ ਸੀ 1972 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ। 1971 ਦੇ ਵਿੱਚ ਯੁੱਧ ਲੱਗਿਆ ਸੀਗਾ ਭਾਰਤ ਅਤੇ ਪਾਕਿਸਤਾਨ ਦੇ ਵਿੱਚ, ਪੂਰਬੀ ਪਾਕਿਸਤਾਨ ਦੇ ਨਾਲ ਸਾਡਾ ਭਾਰਤ ਦਾ ਯੁੱਧ ਲੱਗਿਆ ਸੀਗਾ 1971 ਵਿੱਚ। ਅਤੇ ਉਸ ਯੁੱਧ ਦੇ ਵਿੱਚ ਭਾਰਤ ਨੇ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਕਰਾਇਆ ਸੀ ਅਤੇ ਇੱਕ ਨਵਾਂ ਮੁਲਕ ਬਣਿਆ ਸੀ ਬੰਗਲਾਦੇਸ਼। ਤਾਂ ਉਸ ਦੇਖੋ ਜਦੋਂ ਵੀ ਯੁੱਧ ਕੋਈ ਲੱਗਦਾ ਤਾਂ ਉਸ ਤੋਂ ਅਗਲੇ ਸਾਲ ਹਮੇਸ਼ਾ ਜਿਹੜਾ ਹੈਗਾ ਸਮਝੌਤਾ ਹੁੰਦਾ, ਸੰਧੀ ਹੁੰਦੀ ਯੁੱਧ ਤੋਂ ਬਾਅਦ ਹਮੇਸ਼ਾ ਸਮਝੌਤਾ ਹੁੰਦਾ। ਤਾਂ 1971 ਦੇ ਯੁੱਧ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜਾ ਸਮਝੌਤਾ ਆਇਆ ਸੀ ਉਹਨੂੰ ਅਸੀਂ ਸ਼ਿਮਲਾ ਸਮਝੌਤਾ ਦੇ ਨਾਮ ਨਾਲ ਜਾਣਦੇ ਹਾਂ। ਇਹ 1972 ਵਿੱਚ ਹੋਇਆ ਸੀਗਾ। ਅਗਲਾ ਪ੍ਰਸ਼ਨ ਹੈ ਚੀਨ ਨੇ ਭਾਰਤ ਦੇ ਕਿਹੜੇ ਰਾਜਾਂ ਦੀਆਂ ਸੀਮਾਵਾਂ ਦੇ ਬਾਰੇ ਵਿੱਚ ਇਤਰਾਜ਼ ਕੀਤੇ ਸਨ। ਤਾਂ ਚੀਨ ਜਿਹੜਾ ਹੈਗਾ ਇਹ ਭਾਰਤ ਦੇ ਨਾਲ ਹਮੇਸ਼ਾ ਪੰਗੇ ਲੈਂਦਾ ਆਇਆ। ਇਹਨੇ ਹਮੇਸ਼ਾ ਭਾਰਤ ਦੇ ਜਿਹੜਾ ਏਰੀਆ ਹੈ ਉਹਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਦੇ ਜਿਹੜਾ ਉੱਤਰ ਪੂਰਬੀ ਰਾਜ ਹੈਗਾ ਜਿਵੇਂ ਸਿੱਕਮ ਹੋ ਗਿਆ, ਅਰੁਣਾਚਲ ਪ੍ਰਦੇਸ਼ ਹੋ ਗਿਆ, ਮਣੀਪੁਰ ਹੋ ਗਿਆ, ਇਹਨਾਂ ਏਰੀਏ ਦੇ ਲੋਕਾਂ ਨੂੰ ਇਹ ਕਹਿੰਦਾ ਜੀ ਇਹ ਸਾਡੇ ਲੋਕ ਹੈਗੇ, ਇਹ ਜਿਹੜਾ ਏਰੀਆ ਹੈਗਾ ਇਹ ਸਾਰਾ ਸਾਡਾ ਹੈਗਾ। ਸੋ ਜਿਹੜਾ ਚੀਨ ਹੈਗਾ ਉਹ ਇਹਨਾਂ ਭਾਰਤ ਦੇ ਰਾਜਾਂ ਦੇ ਉੱਪਰ ਹਮੇਸ਼ਾ ਮੈਲੀ ਨਜ਼ਰ ਰੱਖਦਾ ਹੈ ਕਿ ਇਹ ਸਾਰੇ ਜਿਹੜੇ ਰਾਜ ਹੈਗੇ ਆ ਇਹ ਭਾਰਤ ਦੇ ਨਹੀਂ ਹੈਗੇ, ਇਹ ਸਾਡੇ ਹੈਗੇ ਆ। ਤਾਂ ਇਹਨਾਂ ਬਾਰੇ ਚੀਨ ਨੇ ਕਈ ਵਾਰ ਸਾਡੇ ਨਾਲ ਇਤਰਾਜ਼ ਵੀ ਕੀਤਾ। ਸੋ ਇਹ ਤੁਸੀਂ ਰਾਜ ਯਾਦ ਰੱਖਣੇ ਆ। ਤੁਸੀਂ ਭਾਰਤ ਦਾ ਜੇਕਰ ਨਕਸ਼ਾ ਵੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਜਿਹੜੇ 3 ਰਾਜ ਨੇ ਸਿੱਕਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਇਹਨਾਂ ਦੀਆਂ ਜਿਹੜੀਆਂ ਸੀਮਾਵਾਂ ਹੈਗੀਆਂ ਨੇ
ਇਹ ਚੀਨ ਦੇ ਨਾਲ ਲੱਗਦੀਆਂ ਨੇ। ਅਗਲਾ ਪ੍ਰਸ਼ਨ ਹੈ ਫਰਵਰੀ 1996 ਨੂੰ ਭਾਰਤ ਅਤੇ ਨੇਪਾਲ ਦੇ ਵਿੱਚ ਹੋਈ ਸੰਧੀ ਦਾ ਮਹੱਤਵ ਲਿਖੋ। 1996 ਵਿੱਚ ਇੱਕ ਭਾਰਤ ਅਤੇ ਨੇਪਾਲ ਦੇ ਵਿੱਚ ਸੰਧੀ ਹੋਈ ਸੀ, ਇੱਕ ਸਮਝੌਤਾ ਆਇਆ ਸੀਗਾ ਅਤੇ ਇਸ ਸਮਝੌਤੇ ਦੇ ਤਹਿਤ ਇਹ ਫੈਸਲਾ ਕੀਤਾ ਗਿਆ ਸੀਗਾ ਕਿ ਇੱਕ ਜਿਹੜੇ ਮਹਾਂਕਾਲੀ ਘਾਟੀ ਹੈਗੀ ਹੈ ਜਿਹੜੀ ਨੇਪਾਲ ਦੇ ਨਾਲ ਲੱਗਦੀ ਹੈ ਵੀ ਉਹਦੇ 'ਤੇ ਉਹਦਾ ਵਿਕਾਸ ਕੀਤਾ ਜਾਏਗਾ। ਇਸ ਸੰਬੰਧੀ ਇਹ ਸਮਝੌਤਾ ਹੋਇਆ ਸੀ। ਇਹ ਕਈ ਵਾਰ ਪੇਪਰ 'ਚ ਪ੍ਰਸ਼ਨ ਪੁੱਛਿਆ ਗਿਆ ਕਿ ਭਾਰਤ ਨੇਪਾਲ ਦੀ ਜਿਹੜੀ ਸੰਧੀ ਹੋਈ ਸੀ ਇਹਦਾ ਕੀ ਮਹੱਤਵ ਹੈ, ਅਤੇ ਇਹ ਤੁਸੀਂ ਯਾਦ ਰੱਖਣਾ। 7ਵਾਂ ਪ੍ਰਸ਼ਨ ਬੜਾ ਈਜ਼ੀ ਹੈਗਾ ਕਿ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਮ ਲਿਖੋ। ਤਾਂ ਇਹ ਤਾਂ ਹੁਣ ਤੁਸੀਂ ਜਦੋਂ ਛੋਟੀਆਂ ਕਲਾਸਾਂ ਸੀਗੇ ਤਾਂ ਉਦੋਂ ਦਾ ਤੁਹਾਨੂੰ ਇਹ ਪਤਾ ਹੈ ਕਿ ਭਾਰਤ ਦੇ ਗੁਆਂਢ 'ਚ ਕਿਹੜੇ ਕਿਹੜੇ ਦੇਸ਼ ਹੈਗੇ ਨੇ। ਪਾਕਿਸਤਾਨ ਹੈਗਾ, ਨੇਪਾਲ ਹੈਗਾ, ਸ਼੍ਰੀਲੰਕਾ, ਚੀਨ, ਬੰਗਲਾਦੇਸ਼, ਅਤੇ ਇਹ ਸਾਰੇ ਭਾਰਤ ਦੇ ਗੁਆਂਢੀ ਦੇਸ਼ ਨੇ। ਤਾਂ ਇਹ ਛੋਟਾ ਪ੍ਰਸ਼ਨ ਪੁੱਛਿਆ ਜਾ ਸਕਦਾ। 8ਵਾਂ ਪ੍ਰਸ਼ਨ ਵੇਖੋ ਕਿਹੜੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਲਾਹੌਰ ਬੱਸ ਸੇਵਾ ਸ਼ੁਰੂ ਕੀਤੀ ਗਈ, ਅਤੇ ਇਹ ਕੀਤੀ ਗਈ ਸੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੇ ਦੌਰਾਨ ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਹੋਈ ਸੀ। ਤਾਂ ਇਹ ਲਾਹੌਰ ਬੱਸ ਸੇਵਾ ਜਿਹੜੀ ਸ਼ੁਰੂਆਤ ਹੋਈ ਸੀ ਲਾਹੌਰ ਦਿੱਲੀ ਬੱਸ ਸੇਵਾ, ਇਹਦਾ ਮਕਸਦ ਸੀਗਾ ਕਿ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਤਣਾਅਪੂਰਨ ਮਾਹੌਲ ਹੈਗਾ ਉਹਨੂੰ ਖ਼ਤਮ ਕੀਤਾ ਜਾਵੇ ਅਤੇ ਦੋਨੋਂ ਦੇਸ਼ ਜਿਹੜੇ ਇੱਕ ਦੂਸਰੇ ਦੇ ਨੇੜੇ ਆਉਣ, ਦੋਨਾਂ ਵਿੱਚ ਦੋਸਤੀ ਵਧੇ। ਇਸ ਕਾਰਨ ਇਹ ਲਾਹੌਰ ਦਿੱਲੀ ਬੱਸ ਸੇਵਾ ਸ਼ੁਰੂ ਹੋਈ ਸੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ। ਅਗਲਾ ਪ੍ਰਸ਼ਨ ਹੈ 9ਵਾਂ ਪ੍ਰਸ਼ਨ ਭਾਰਤ ਬੰਗਲਾਦੇਸ਼ ਵਿਚਕਾਰ ਕਿਹੜੀ ਨਦੀ ਬਾਰੇ ਵਿਵਾਦ ਹੈ। ਤਾਂ ਇਹ ਜਿਹੜਾ ਵਿਵਾਦ ਹੈਗਾ ਤਿਸਤਾ ਨਦੀ ਬਾਰੇ। ਤਿਸਤਾ ਨਦੀ ਜਿਹੜੀ ਹੈਗੀ ਹੈ ਉਹ ਭਾਰਤ ਅਤੇ ਬੰਗਲਾਦੇਸ਼ ਦੇ ਪਹਿਲਾਂ ਬੰਗਲਾਦੇਸ਼ ਤੋਂ ਭਾਰਤ ਵਿੱਚ ਆਉਂਦੀ ਹੈ, ਤਾਂ ਇਹਦੇ ਬਾਰੇ ਇਤਰਾਜ਼ ਹੈਗਾ। ਬੰਗਲਾਦੇਸ਼ ਕਹਿੰਦਾ ਕਿ ਸਾਡੀ ਨਦੀ ਹੈ, ਇਹਦਾ ਪਾਣੀ ਸਾਡੇ ਕੋਲ ਹੋਣਾ ਚਾਹੀਦਾ। ਭਾਰਤ ਕਹਿੰਦਾ ਹੈ ਕਿ ਇਸ ਨਦੀ ਦਾ ਜਿਹੜਾ ਵਹਿਣ ਕੁਦਰਤੀ ਵਹਿਣ ਉਹ ਭਾਰਤ ਵੱਲ ਹੈਗਾ, ਸੋ ਇਸ ਨਦੀ ਦੇ ਪਾਣੀ 'ਤੇ ਭਾਰਤ ਦਾ ਅਧਿਕਾਰ ਹੈ। ਸੋ ਇਸ ਕਾਰਨ ਇਸ ਨਦੀ ਦੇ ਕਾਰਨ ਭਾਰਤ ਅਤੇ ਬੰਗਲਾਦੇਸ਼ ਦੇਸ਼ ਵਿਚਕਾਰ ਜਿਹੜਾ ਹੈਗਾ ਉਹ ਵਿਵਾਦ ਚੱਲ ਰਿਹਾ ਹੈ। 10ਵਾਂ ਪ੍ਰਸ਼ਨ ਹੈ ਲਾਹੌਰ ਘੋਸ਼ਣਾ ਕਦੋਂ ਹੋਈ। ਇਹ ਘੋਸ਼ਣਾ 1999 'ਚ ਹੋਈ ਸੀ। ਜਦੋਂ 1999 ਦੇ ਵਿੱਚ ਕਾਰਗਿਲ ਯੁੱਧ ਲੱਗਿਆ ਸੀ, ਤੁਹਾਨੂੰ ਮੈਂ ਦੱਸਿਆ ਕਿ ਜਦੋਂ ਵੀ ਯੁੱਧ ਖਤਮ ਹੁੰਦਾ ਤਾਂ ਉਸ ਤੋਂ ਬਾਅਦ ਹਮੇਸ਼ਾ ਸੰਧੀ ਹੁੰਦੀ ਹੈ ਜਾਂ ਫਿਰ ਸਮਝੌਤਾ ਹੁੰਦਾ ਹੈ। ਤਾਂ ਇਹ ਜਿਹੜੀ ਲਾਹੌਰ ਘੋਸ਼ਣਾ ਹੋਈ ਸੀ ਇਹ 1999 'ਚ ਹੋਈ ਸੀ ਕਾਰਗਿਲ ਯੁੱਧ ਤੋਂ ਬਾਅਦ। ਨੈਕਸਟ ਕੁਐਸਚਨ ਹੈਗਾ ਭਾਰਤ ਬੰਗਲਾਦੇਸ਼ ਵਿਚਕਾਰ ਫਰੱਕਾ ਗੰਗਾ ਪਾਣੀ ਵੰਡ 'ਤੇ ਸਮਝੌਤਾ ਕਦੋਂ ਹੋਇਆ ਸੀ। ਤਾਂ ਇਹ 1996 'ਚ ਹੋਇਆ ਸੀ। ਇਹ ਕੁਝ ਫੈਕਚੁਅਲ ਕੁਐਸਚਨ ਹੈਗੇ, ਇਹ ਤੁਹਾਨੂੰ ਇਹਨੂੰ ਐਜ਼ ਇਟ ਇਜ਼ ਇਸ ਤਰ੍ਹਾਂ ਦੇ ਪ੍ਰਸ਼ਨ ਪੇਪਰ 'ਚ ਪੁੱਛੇ ਜਾ ਸਕਦੇ ਨੇ। ਫਰੱਕਾ ਬੰਨ ਹੈਗਾ ਜਿਹੜਾ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਹੈਗਾ, ਅਤੇ ਇਹਦੇ ਪਾਣੀ ਨੂੰ ਲੈ ਕੇ ਭਾਰਤ ਅਤੇ ਬੰਗਲਾਦੇਸ਼ ਦੇਸ਼ ਵਿਚਕਾਰ ਜਿਹੜਾ ਹੈਗਾ ਉਹ ਸਮਝੌਤਾ ਹੋਇਆ ਸੀਗਾ 1996 ਵਿੱਚ। ਅਗਲਾ ਪ੍ਰਸ਼ਨ ਹੈ 1971 ਦੇ ਯੁੱਧ ਦੇ ਸਮੇਂ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਸੀ। ਤਾਂ ਇਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਭਾਰਤ ਦੇ ਪ੍ਰਧਾਨ ਮੰਤਰੀ ਸੀ ਜਦੋਂ 1971 ਦੇ ਵਿੱਚ ਭਾਰਤ ਪਾਕ ਯੁੱਧ ਲੱਗਿਆ ਸੀ। ਹਾਂਜੀ, ਨੈਕਸਟ ਅਗਲਾ ਪੋਰਸ਼ਨ ਹੈਗਾ ਠੀਕ ਜਾਂ ਗਲਤ ਉੱਤਰਾਂ ਵਾਲੇ ਪ੍ਰਸ਼ਨ, ਬੜੇ ਈਜ਼ੀ ਜਿਹੇ ਹੈਗੇ ਆ, ਆਪਾਂ ਵੇਖ ਲੈਂਦੇ ਹਾਂ। ਪਹਿਲਾ ਵਾਕ ਹੈਗਾ ਮਾਓਵਾਦੀ ਨੇਪਾਲ ਦੇ ਲੋਕਾਂ ਨੂੰ ਭਾਰਤ ਦੇ ਖਿਲਾਫ ਭੜਕਾਉਂਦੇ ਹਨ। ਤਾਂ ਇਹ ਵਾਕ ਬਿਲਕੁਲ ਸਹੀ ਹੈ। ਤੁਸੀਂ ਕਈ ਵਾਰ ਮਾਓਵਾਦੀ ਸ਼ਬਦ ਸੁਣਿਆ ਹੋਣਾ। ਅਸਲ ਵਿੱਚ ਮਾਓਵਾਦੀ ਜਿਹੜੇ ਇਹ ਨੇਪਾਲ ਵਿੱਚ ਰਹਿਣ ਵਾਲੇ ਲੋਕ ਹੈਗੇ ਨੇ, ਇਹ ਇੱਕ ਅੱਤਵਾਦੀਆਂ ਦਾ ਸਮੂਹ ਕਿਹਾ ਜਾਂਦਾ ਅਤੇ ਇਹ ਮੰਨਿਆ ਜਾਂਦਾ ਕਿ ਜਿਹੜੇ ਮਾਓਵਾਦੀ ਲੋਕ ਹੈਗੇ ਆ ਇਹ ਲੋਕਾਂ ਨੂੰ ਭਾਰਤ ਦੇ ਖਿਲਾਫ ਭੜਕਾਉਂਦੇ ਨੇ। ਸਾਡੇ ਭਾਰਤ 'ਚ ਮਾਓਵਾਦੀਆਂ 'ਤੇ ਮੁਕੰਮਲ ਬੈਨ ਹੈਗਾ। ਦੂਸਰਾ ਵਾਕ ਵੇਖੋ ਚੀਨ ਸਮੇਂ ਸਮੇਂ 'ਤੇ ਨਿਯੰਤਰਣ ਰੇਖਾ ਦਾ ਉਲੰਘਣ ਕਰਦਾ ਹੈ। ਇਹ ਬਿਲਕੁਲ ਸਹੀ ਹੈ। ਚੀਨ ਹਮੇਸ਼ਾ ਭਾਰਤ ਦੇ ਨਾਲ ਜਿਹੜਾ ਸਾਡੀ ਭਾਰਤ ਚੀਨ ਜਿਹੜੀ ਸੀਮਾ ਹੈਗੀ ਜਿਹਨੂੰ ਅਸੀਂ ਮੈਕਮੋਹਨ ਰੇਖਾ ਕਹਿੰਦੇ ਹਾਂ ਉਹਦੇ 'ਤੇ ਹਮੇਸ਼ਾ ਚੀਨ ਜਿਹੜਾ ਹੈਗਾ ਵਧੀਕੀਆਂ ਕਰਦਾ ਹੈ। ਚੀਨ ਨੇ ਕਈ ਵਾਰ ਭਾਰਤ ਦੇ ਬਾਉਂਡਰੀ 'ਚ ਆਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੱਲ ਨੂੰ ਲੈ ਕੇ ਭਾਰਤ ਅਤੇ ਚੀਨ ਦੀਆਂ ਜਿਹੜੇ ਸੈਨਾਵਾਂ ਹੈਗੀਆਂ ਨੇ ਉਹਨਾਂ ਵਿੱਚ ਵੀ ਕਈ ਵਾਰ ਸੰਘਰਸ਼ ਹੋਇਆ। ਪਿਛਲੇ ਦਿਨ ਸਾਡੇ ਕੁਝ ਸੈਨਿਕ ਵੀ ਸ਼ਹੀਦ ਹੋ ਗਏ ਸੀ ਜਦੋਂ ਇਹਨਾਂ ਦੋਨਾਂ ਦੇਸ਼ਾਂ ਦੇ ਸੈਨਾਵਾਂ ਦੇ ਵਿਚਕਾਰ ਟਕਰਾਅ ਪੈਦਾ ਹੋ ਗਿਆ ਸੀ। ਤਾਂ ਚੀਨ ਦਾ ਮੰਨਣਾ ਹੈ ਕਿ ਜਿਹੜੀ ਮੈਕਮੋਹਨ ਰੇਖਾ ਹੈਗੀ ਹੈ ਇਹਦੇ 'ਤੇ ਇਹ ਗਲਤ ਬਣੀ ਹੋਈ ਹੈ। ਇਹਦੇ 'ਤੇ ਜਿਹੜਾ ਹੈਗਾ ਉਸਨੇ ਕਈ ਵਾਰ ਸਾਡੇ ਨਾਲ ਇਸ ਗੱਲ ਨੂੰ ਲੈ ਕੇ ਸਾਡੇ ਇੱਕ ਦੂਜੇ ਨਾਲ ਸੰਬੰਧ ਵੀ ਖਰਾਬ ਰਹੇ ਨੇ। ਤੀਸਰਾ ਵਾਕ ਹੈਗਾ ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ। ਇਹ ਬਿਲਕੁਲ ਸਹੀ ਹੈ ਕਿਉਂਕਿ ਦੇਖੋ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਸੀ
ਤਾਂ ਉਸ ਸਮੇਂ ਕਸ਼ਮੀਰ ਆਜ਼ਾਦ ਸੀਗਾ, ਨਾ ਕਸ਼ਮੀਰ ਭਾਰਤ ਦਾ ਹਿੱਸਾ ਸੀ ਨਾ ਪਾਕਿਸਤਾਨ ਦਾ ਹਿੱਸਾ ਸੀ। ਪਰ ਜਦੋਂ 1900 ਅਗਲੇ ਸਾਲ ਹੀ ਆਜ਼ਾਦੀ ਤੋਂ 1 ਸਾਲ ਬਾਅਦ ਹੀ ਕਸ਼ਮੀਰ ਦੇ ਉੱਪਰ ਪਾਕਿਸਤਾਨ ਦੀ ਸੈਨਾ ਨੇ ਜਦੋਂ ਹਮਲਾ ਕਰ ਦਿੱਤਾ ਤਾਂ ਕਸ਼ਮੀਰ ਦਾ ਜਿਹੜਾ ਰਾਜਾ ਸੀ, ਰਾਜਾ ਹਰੀ ਸਿੰਘ, ਉਹਨੇ ਭਾਰਤ ਸਰਕਾਰ ਦੇ ਅੱਗੇ ਗੁਹਾਰ ਲਗਾਈ ਕਿ ਸਾਨੂੰ ਪਾਕਿਸਤਾਨੀ ਹਮਲੇ ਤੋਂ ਬਚਾਇਆ ਜਾਵੇ। ਤਾਂ ਉਸ ਸਮੇਂ ਭਾਰਤ ਨੇ ਇੱਕ ਸ਼ਰਤ ਰੱਖੀ ਸੀ ਕਿ ਜੇਕਰ ਤੁਸੀਂ ਇਹ ਲਿਖ ਕੇ ਦਿੰਦੇ ਹੋ ਕਿ ਅਸੀਂ ਭਾਰਤ ਵਿੱਚ ਮਿਲ ਜਾਵਾਂਗੇ ਤਾਂ ਅਸੀਂ ਤੁਹਾਡੀ ਹੈਲਪ ਕਰਾਂਗੇ। ਤਾਂ ਉਸ ਸਮੇਂ ਕਸ਼ਮੀਰ ਦਾ ਜਿਹੜਾ ਰਾਜਾ ਸੀ ਉਹਨੇ ਇਹ ਲਿਖ ਕੇ ਦੇ ਦਿੱਤਾ ਕਿ ਅਸੀਂ ਭਾਰਤ ਦਾ ਇੱਕ ਹਿੱਸਾ ਬਣਾਂਗੇ। ਤਾਂ ਫਿਰ ਭਾਰਤ ਸਰਕਾਰ ਨੇ ਕਸ਼ਮੀਰ ਵਿੱਚ ਆਪਣੀ ਸੈਨਾ ਭੇਜੀ ਸੀ ਅਤੇ ਪਾਕਿਸਤਾਨੀ ਫੌਜ ਨੂੰ ਉੱਥੋਂ ਖਦੇੜਿਆ ਸੀ। ਤਾਂ ਉਸ ਤੋਂ ਬਾਅਦ ਫਿਰ ਇਹ ਚੀਨ ਜਿਹੜਾ ਹੈਗਾ ਸੀ ਉਹ ਭਾਰਤ ਦਾ ਇੱਕ ਹਿੱਸਾ ਬਣ ਗਿਆ। ਪਰ ਪਾਕਿਸਤਾਨ ਜਿਹੜਾ ਹੈਗਾ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ ਕਿ ਉਹ ਕਸ਼ਮੀਰ ਨੂੰ ਆਪਣੇ ਕਬਜ਼ੇ 'ਚ ਕਰੇ। ਇਸ ਲਈ ਉਸਨੇ ਕਈ ਸਾਡੇ ਨਾਲ ਜੰਗਾਂ ਵੀ ਲੜੀਆਂ, ਕਈ ਯੁੱਧ ਹੋਏ। 1965 ਦਾ ਯੁੱਧ ਹੋਇਆ, 1971 ਦਾ ਹੋਇਆ, 1999 ਦਾ ਹੋਇਆ। ਤਾਂ ਹੁਣ ਜਿਹੜਾ ਪਾਕਿਸਤਾਨ ਹੈਗਾ ਉਹਦੇ ਕੋਲ ਇੰਨੀ ਤਾਕਤ ਨਹੀਂ ਹੈਗੀ ਕਿ ਉਹ ਭਾਰਤ ਦੇ ਨਾਲ ਸਿੱਧਾ ਮੁਕਾਬਲਾ ਕਰ ਸਕੇ। ਇਸ ਲਈ ਜਿਹੜਾ ਪਾਕਿਸਤਾਨ ਹੈਗਾ ਉਹ ਸਾਡੇ ਨਾਲ ਕੋਸ਼ਿਸ਼ਾਂ ਕਰਦਾ ਹੈ ਕਿ ਉਹ ਕੁਛ ਨਾ ਕੁਛ ਭਾਰਤ ਵਿੱਚ ਗੜਬੜੀ ਪੈਦਾ ਕਰਦਾ ਰਹੇ, ਜਿਵੇਂ ਕਦੇ ਇੱਥੇ ਸਾਡੇ ਅੱਤਵਾਦੀ ਭੇਜਦਾ। ਤਾਂ ਇਸ ਤਰੀਕੇ ਨਾਲ ਇਹ ਪਾਕਿਸਤਾਨ ਜਿਹੜਾ ਹੈਗਾ ਭਾਰਤ ਦੇ ਨਾਲ ਹਮੇਸ਼ਾ ਪੰਗੇ ਲੈਂਦਾ ਆਇਆ। ਚੌਥਾ ਵਾਕ ਹੈਗਾ ਬੰਗਲਾਦੇਸ਼ ਦਾ ਗੈਰ ਕਾਨੂੰਨੀ ਆਵਾਸ ਭਾਰਤ ਲਈ ਸਿਰਦਰਦੀ ਦਾ ਕਾਰਨ ਹੈ। ਇਹ ਵੀ ਵਾਕ ਬਿਲਕੁਲ ਠੀਕ ਹੈ ਕਿ ਬੰਗਲਾਦੇਸ਼ ਦੇ ਜਿਹੜੇ ਪ੍ਰਵਾਸੀ ਹੈਗੇ ਆ, ਜਿਹੜੇ ਬੰਗਲਾਦੇਸ਼ ਤੋਂ ਭਾਰਤ ਵਿੱਚ ਆਏ ਨੇ, ਤਾਂ ਉਹ ਕਾਫੀ ਗਿਣਤੀ 'ਚ ਕਰੋੜਾਂ ਦੀ ਗਿਣਤੀ ਵਿੱਚ, ਕਰੋੜ ਤੋਂ ਉੱਪਰ ਦੀ ਗਿਣਤੀ ਹੈਗੀ ਜਿਹੜੇ ਬੰਗਲਾਦੇਸ਼ ਤੋਂ ਸਾਡੇ ਭਾਰਤ ਵਿੱਚ ਲੋਕ ਆਏ ਨੇ। ਤੁਹਾਨੂੰ ਪਤਾ ਹੈ ਕਿ ਭਾਰਤ ਦੀ ਪਹਿਲਾਂ ਹੀ ਆਬਾਦੀ ਬਹੁਤ ਜ਼ਿਆਦਾ ਹੈ, ਤਾਂ ਜੇਕਰ ਹੋਰ ਵੀ ਲੋਕ ਇੱਥੇ ਆਉਣਗੇ ਤਾਂ ਉਹਨਾਂ ਵਾਸਤੇ ਭੋਜਨ ਦਾ ਪ੍ਰਬੰਧ ਕਰਨਾ, ਉਹਨਾਂ ਵਾਸਤੇ ਰਹਿਣ ਦਾ ਪ੍ਰਬੰਧ ਕਰਨਾ, ਤਾਂ ਇਹ ਬੜੇ ਸਾਡੇ ਵਾਸਤੇ ਸਿਰਦਰਦੀ ਦਾ ਕਾਰਨ ਹੈ। ਸੋ ਜਿਹੜੇ ਬੰਗਲਾਦੇਸ਼ੀ ਆਉਂਦੇ ਆ ਸਾਡੇ ਇੱਥੇ, ਪ੍ਰਵਾਸੀ ਲੋਕ ਆਉਂਦੇ ਆ, ਤਾਂ ਉਹ ਸਾਡੇ ਲਈ ਹਮੇਸ਼ਾ ਸਿਰਦਰਦੀ ਦਾ ਕਾਰਨ ਬਣੇ ਰਹੇ ਨੇ। ਪੰਜਵਾਂ ਵਾਕ ਹੈ ਪਾਕਿਸਤਾਨ ਭਾਰਤ ਵਿੱਚ ਅੱਤਵਾਦੀਆਂ ਨੂੰ ਸਮਰਥਨ ਦਿੰਦਾ ਹੈ। ਬਿਲਕੁਲ ਸਹੀ ਗੱਲ ਹੈ। ਜਿਹੜਾ ਪਾਕਿਸਤਾਨ ਹੈਗਾ ਉਹ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਉਹ ਭਾਰਤ ਨੂੰ ਕਿਵੇਂ ਨਾ ਕਿਵੇਂ ਉਲਝਾਈ ਰੱਖੇ। ਭਾਰਤ ਵਿੱਚ ਸਮੇਂ ਸਮੇਂ ਤੋਂ ਉਹਨੇ ਕਈ ਵਾਰ ਅੱਤਵਾਦੀ ਹਮਲੇ ਕਰਵਾਏ। 2008 ਦੇ ਵਿੱਚ ਹਮਲਾ ਕਰਵਾਇਆ ਗਿਆ ਪਾਕਿਸਤਾਨ ਦੁਆਰਾ ਸਾਡੇ ਮੁੰਬਈ ਸ਼ਹਿਰ 'ਤੇ। ਇਸ ਤੋਂ ਇਲਾਵਾ ਪਠਾਨਕੋਟ ਏਅਰਬੇਸ ਇੱਥੇ ਵੀ ਹਮਲੇ ਪਾਕਿਸਤਾਨ ਨੇ ਅੱਤਵਾਦੀ ਭੇਜੇ ਸੀਗੇ। ਦਿੱਲੀ ਵਿੱਚ ਵੀ ਇੱਕ ਵਾਰ ਬੰਬ ਧਮਾਕਾ ਹੋਇਆ ਸੀ। ਤਾਂ ਇਸ ਤਰ੍ਹਾਂ ਪਾਕਿਸਤਾਨ ਹਮੇਸ਼ਾ ਕੋਸ਼ਿਸ਼ ਕਰਦਾ ਕਿ ਭਾਰਤ ਦੇ ਵਿੱਚ ਅੱਤਵਾਦੀ ਭੇਜੇ ਅਤੇ ਇੱਥੇ ਕੁਛ ਨਾ ਕੁਛ ਇਹੋ ਜਿਹੀਆਂ ਘਟਨਾਵਾਂ ਕਰਾਉਂਦਾ ਰਹੇ। ਛੇਵਾਂ ਵਾਕ ਹੈਗਾ 1965 ਦੀ ਭਾਰਤ ਪਾਕ ਯੁੱਧ ਤੋਂ ਬਾਅਦ ਸ਼ਿਮਲਾ ਸਮਝੌਤਾ ਹੋਇਆ। ਇਹ ਗਲਤ ਹੈ। ਦੇਖੋ 1965 ਦੀ ਯੁੱਧ ਜ਼ਰੂਰ ਹੋਈ ਭਾਰਤ ਅਤੇ ਪਾਕਿਸਤਾਨ ਵਿੱਚ, ਅਤੇ ਉਸ ਤੋਂ ਬਾਅਦ ਜਿਹੜਾ ਸਮਝੌਤਾ ਹੋਇਆ ਸੀ ਉਹ ਸ਼ਿਮਲਾ ਸਮਝੌਤਾ ਨਹੀਂ ਹੋਇਆ ਸੀ, ਉਹ ਹੋਇਆ ਸੀ ਤਾਸ਼ਕੰਦ ਸਮਝੌਤਾ। ਸੋ ਇੱਥੇ ਲਿਖਿਆ ਹੋਇਆ ਕਿ ਸ਼ਿਮਲਾ ਸਮਝੌਤਾ ਹੋਇਆ। ਸੋ ਇਹ ਵਾਕ ਜਿਹੜਾ ਹੈਗਾ ਇਹ ਗਲਤ ਹੈ। ਸਹੀ ਵਾਕ ਇਹ ਬਣੇਗਾ ਕਿ 1965 ਦੀ ਭਾਰਤ ਪਾਕ ਯੁੱਧ ਤੋਂ ਬਾਅਦ ਤਾਸ਼ਕੰਦ ਸਮਝੌਤਾ ਹੋਇਆ। ਤੁਹਾਨੂੰ ਪਤਾ ਹੈ, ਮੈਂ ਹੁਣੇ ਦੱਸ ਚੁੱਕਿਆ ਕਿ ਜਿਹੜਾ ਸ਼ਿਮਲਾ ਸਮਝੌਤਾ ਆਇਆ ਸੀ ਇਹ ਹੋਇਆ ਸੀ 1972 ਵਿੱਚ, 1971 ਦੀ ਜੰਗ ਤੋਂ ਬਾਅਦ। ਸੱਤਵਾਂ ਵਾਕ ਹੈਗਾ ਅੰਤਰਰਾਸ਼ਟਰੀ ਮੰਚ 'ਤੇ ਚੀਨ ਪਾਕਿਸਤਾਨ ਦਾ ਸਾਥ ਦਿੰਦਾ ਹੈ। ਤਾਂ ਕਿਉਂਕਿ ਚੀਨ ਅਤੇ ਪਾਕਿਸਤਾਨ ਦੋਨੋਂ ਦੋਸਤ ਹੈਗੇ ਆ, ਸੋ ਚੀਨ ਸਾਡਾ ਦੁਸ਼ਮਣ ਹੈ, ਪਾਕਿਸਤਾਨ ਦਾ ਸਾਥੀ ਹੈ। ਪਾਕਿਸਤਾਨ ਹੀ ਸਾਡਾ ਦੁਸ਼ਮਣ ਹੈ, ਚੀਨ ਹੀ ਦੁਸ਼ਮਣ ਹੈ। ਸੋ ਦੁਸ਼ਮਣ ਦਾ ਜਿਹੜਾ ਹੈਗਾ ਦੋਸਤ ਬਣ ਜਾਂਦਾ। ਅਤੇ ਇਹ ਦੋਨੋਂ ਦੇਸ਼ ਜਿਹੜੇ ਹੈਗੇ ਉਹ ਜਿਹੜਾ ਭਾਰਤ ਵਾਸਤੇ ਸਿਰਦਰਦੀ ਬਣੇ ਹੋਏ ਆ। ਅੱਗੇ ਅਗਲਾ ਪੋਰਸ਼ਨ ਆ ਗਿਆ ਜੀ ਖਾਲੀ ਥਾਵਾਂ। ਖਾਲੀ ਥਾਵਾਂ 'ਚ ਪਹਿਲੇ ਅਸੀਂ ਵੇਖਦੇ ਹਾਂ ਪਹਿਲਾ ਵਾਕ ਤਾਸ਼ਕੰਦ ਸਮਝੌਤੇ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਦਸਤਖਤ ਕੀਤੇ। ਤਾਂ ਇੱਥੇ ਖਾਲੀ ਥਾਂ ਨਹੀਂ ਸੀ, ਤਾਸ਼ਕੰਦ ਸਮਝੌਤੇ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਡੈਸ਼ ਨੇ ਦਸਤਖਤ ਕੀਤੇ। ਤਾਂ ਇਹਦਾ ਆਨਸਰ ਬਣਨਾ ਸੀਗਾ ਤਾਸ਼ਕੰਦ ਸਮਝੌਤੇ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਦਸਤਖਤ ਕੀਤੇ। ਦੂਸਰਾ ਵਾਕ ਹੈਗਾ ਦੂਸਰੇ ਖਾਲੀ ਥਾਂ ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਵਿੱਚ ਯਕੀਨ ਰੱਖਦਾ ਹੈ। ਇੱਥੇ ਖਾਲੀ ਥਾਂ ਨਹੀਂ ਸੀ ਕਿ ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲ ਡੈਸ਼ ਸੰਬੰਧ ਸਥਾਪਿਤ ਕਰਨਾ ਵਿੱਚ ਯਕੀਨ ਰੱਖਦਾ ਅਤੇ ਮਿੱਤਰਤਾਪੂਰਨ ਸੰਬੰਧ
ਸਥਾਪਿਤ ਕਰਨ ਵਿੱਚ ਯਕੀਨ ਰੱਖਦਾ ਹੈ। ਤੀਸਰੀ ਖਾਲੀ ਥਾਂ ਹੈਗੀ ਏ ਨੇਪਾਲ ਦੀ ਬਹੁ ਸੰਖਿਆ ਡੈਸ਼ ਧਰਮ ਨਾਲ ਸੰਬੰਧ ਰੱਖਦੀ ਹੈ, ਅਤੇ ਇਹਦਾ ਸਹੀ ਆਨਸਰ ਬਣਨਾ ਹੈ ਨੇਪਾਲ ਦੀ ਬਹੁ ਸੰਖਿਆ ਹਿੰਦੂ ਧਰਮ ਨਾਲ ਸੰਬੰਧ ਰੱਖਦੀ ਹੈ। ਚੌਥਾ ਵਾਕ ਹੈਗਾ ਬੰਗਲਾਦੇਸ਼ ਦੀ ਸਥਾਪਨਾ ਡੈਸ਼ ਵਿੱਚ ਹੋਈ ਸੀ, ਅਤੇ ਖਾਲੀ ਥਾਂ ਆਪਾਂ ਭਰਾਂਗੇ ਬੰਗਲਾਦੇਸ਼ ਦੀ ਸਥਾਪਨਾ 1971 ਵਿੱਚ ਹੋਈ ਸੀ। ਪੰਜਵੀਂ ਖਾਲੀ ਥਾਂ ਨੇਪਾਲ ਵਿੱਚ ਰਾਜਤੰਤਰ ਦੀ ਸਮਾਪਤੀ ਡੈਸ਼ ਵਿੱਚ ਹੋਈ ਸੀ, ਤਾਂ ਇਹਦਾ ਆਨਸਰ ਬਣੇਗਾ ਨੇਪਾਲ ਵਿੱਚ ਰਾਜਤੰਤਰ ਦੀ ਸਮਾਪਤੀ 2008 ਵਿੱਚ ਹੋਈ ਸੀ। ਰਾਜਤੰਤਰ ਦਾ ਮਤਲਬ ਹੈ ਕਿ ਉੱਥੇ ਪਹਿਲਾਂ ਰਾਜੇ ਹੁੰਦੇ ਸੀਗੇ, ਰਾਜ ਘਰਾਣੇ ਹੁੰਦੇ ਸੀਗੇ, ਪਰ 2008 ਤੋਂ ਬਾਅਦ ਉੱਥੇ ਰਾਜ ਘਰਾਣੇ ਖਤਮ ਹੋ ਗਏ ਅਤੇ ਉੱਥੇ ਲੋਕਤੰਤਰ ਦੀ ਸਥਾਪਨਾ ਹੋ ਗਈ। ਅੱਜ ਵੀ ਨੇਪਾਲ ਦੇ ਵਿੱਚ ਲੋਕਤੰਤਰ ਹੀ ਹੈਗਾ ਸਾਡੇ ਦੇਸ਼ ਵਾਂਗੂ। ਛੇਵੀਂ ਖਾਲੀ ਥਾਂ ਹੈਗੀ ਚੀਨ ਡੈਸ਼ ਰੇਖਾ ਨੂੰ ਭਾਰਤ ਚੀਨ ਸੀਮਾ ਰੇਖਾ ਮੰਨਣ ਤੋਂ ਇਨਕਾਰ ਕਰਦਾ, ਅਤੇ ਇਹਦਾ ਆਨਸਰ ਹੋਣਾ ਚੀਨ ਮੈਕਮੋਹਨ ਰੇਖਾ ਨੂੰ ਭਾਰਤ ਚੀਨ ਸੀਮਾ ਰੇਖਾ ਮੰਨਣ ਤੋਂ ਇਨਕਾਰ ਕਰਦਾ ਹੈ। ਸੱਤਵੀਂ ਖਾਲੀ ਥਾਂ ਵੇਖੋ ਸ਼ਿਮਲਾ ਸਮਝੌਤਾ 1972 ਵਿੱਚ ਡੈਸ਼ ਵਿਚਕਾਰ ਹੋਇਆ, ਅਤੇ ਸ਼ਿਮਲਾ ਸਮਝੌਤਾ 1972 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਇਆ। ਅੱਠਵਾਂ ਵਾਕ ਹੈ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਡੈਸ਼ ਵਿੱਚ ਸਰਜੀਕਲ ਸਟ੍ਰਾਈਕ ਕੀਤਾ ਸੀ, ਅਤੇ ਇਹਦਾ ਆਨਸਰ ਬਣੇਗਾ ਭਾਰਤ ਨੇ ਪਾਕਿਸਤਾਨ ਖਿਲਾਫ 2016 ਵਿੱਚ ਸਰਜੀਕਲ ਸਟ੍ਰਾਈਕ ਕੀਤਾ ਸੀ। ਇਹ ਬੱਚੋ ਤੁਹਾਨੂੰ ਯਾਦ ਹੋਏਗਾ 2016 ਵਿੱਚ ਜਦੋਂ ਭਾਰਤ ਨੇ ਪਾਕਿਸਤਾਨ ਦੇ ਉੱਪਰ ਸਰਜੀਕਲ ਸਟ੍ਰਾਈਕ ਕੀਤਾ ਸੀ ਤਾਂ ਉਸ ਸਮੇਂ ਸਾਡੇ ਇਹ ਜਿਹੜੇ ਪਿੰਡ ਸੀ ਇਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ, ਜਲਾਲਾਬਾਦ ਸਾਰਿਆਂ ਨੂੰ ਸ਼ਿਫਟ ਕਰਵਾ ਦਿੱਤਾ ਗਿਆ ਸੀ। ਉਸ ਸਮੇਂ ਇੱਕ ਵਾਰ ਤਾਂ ਇਸ ਤਰ੍ਹਾਂ ਸਥਿਤੀ ਬਣ ਗਈ ਸੀ ਕਿ ਸ਼ਾਇਦ ਭਾਰਤ ਪਾਕਿਸਤਾਨ 'ਚ ਕਿਤੇ ਯੁੱਧ ਨਾ ਲੱਗ ਜੇ, ਪਰ ਸ਼ੁਕਰ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਨੌਵੀਂ ਖਾਲੀ ਥਾਂ ਹੈਗੀ ਏ ਪਾਕਿਸਤਾਨ ਨੇ 1999 ਵਿੱਚ ਜੰਮੂ ਕਸ਼ਮੀਰ ਦੇ ਕਾਰਗਿਲ 'ਤੇ ਹਮਲਾ ਕੀਤਾ, ਤਾਂ ਇਹ ਵੀ ਪ੍ਰਸ਼ਨ ਖਾਲੀ ਥਾਂ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਕਿ ਪਾਕਿਸਤਾਨ ਨੇ ਡੈਸ਼ ਵਿੱਚ ਜੰਮੂ ਕਸ਼ਮੀਰ ਦੇ ਕਾਰਗਿਲ 'ਤੇ ਹਮਲਾ ਕੀਤਾ, ਤਾਂ ਆਨਸਰ ਬਣੇਗਾ ਪਾਕਿਸਤਾਨ 1999 ਵਿੱਚ ਜੰਮੂ ਕਸ਼ਮੀਰ ਦੇ ਕਾਰਗਿਲ 'ਤੇ ਹਮਲਾ ਕੀਤਾ। ਤੁਹਾਨੂੰ ਯਾਦ ਹੋਵੇਗਾ ਜਾਂ ਤੁਸੀਂ ਆਪਣੇ ਪੇਰੈਂਟਸ ਕੋਲ ਪੁੱਛ ਸਕਦੇ ਹੋ ਕਿ ਜਦੋਂ ਕਾਰਗਿਲ ਯੁੱਧ ਹੋਇਆ ਸੀ 1999 ਵਿੱਚ, ਉਦੋਂ ਸਾਡੇ ਇਸ ਏਰੀਏ ਵਿੱਚ ਮਾਈਨਸ ਲੱਗ ਗਈਆਂ ਸੀ, ਖੇਤਾਂ 'ਚ ਮਾਈਨਸ ਲਗਾਈਆਂ ਗਈਆਂ ਸੀ। ਤਾਂ ਇਹ ਹੈਗੇ ਸੀ, ਇਹ ਸਾਰੀਆਂ ਖਾਲੀ ਥਾਵਾਂ ਹੋ ਗਈਆਂ ਸਾਡੀਆਂ। ਉਸ ਤੋਂ ਬਾਅਦ 2 ਨੰਬਰਾਂ ਵਾਲੇ ਪ੍ਰਸ਼ਨ ਆ ਗਏ। ਪਹਿਲਾ ਪ੍ਰਸ਼ਨ ਹੈਗਾ ਭਾਰਤ ਚੀਨ ਸੰਬੰਧਾਂ ਵਿਚਕਾਰ ਤਣਾਅ ਦੇ ਕੋਈ 2 ਕਾਰਨ ਦੱਸੋ। ਬੱਚੋ ਮੈਂ ਤੁਹਾਨੂੰ ਦੱਸ ਚੁੱਕਿਆ ਹੁਣ ਤੱਕ ਕਿ ਜਿਹੜਾ ਭਾਰਤ ਅਤੇ ਚੀਨ ਦੇ ਸੰਬੰਧ ਨੇ ਇਹ ਵੀ ਕੋਈ ਬਹੁਤੇ ਚੰਗੇ ਨਹੀਂ ਹੈਗੇ, ਇਹਨਾਂ 'ਚ ਹਮੇਸ਼ਾ ਤਣਾਅ ਬਣਿਆ ਰਿਹਾ, ਅਤੇ ਇਹਦੇ ਪਿੱਛੇ ਕਾਰਨ ਕੀ ਹੈ। ਪਹਿਲਾ ਕਾਰਨ ਹੈਗਾ ਕਿ ਭਾਰਤ ਚੀਨ ਵਿਚਕਾਰ ਚੱਲ ਰਿਹਾ ਸੀਮਾ ਵਿਵਾਦ, ਜਿਹੜੀ ਮੈਕਮੋਹਨ ਰੇਖਾ ਹੈਗੀ ਇਹ ਹਮੇਸ਼ਾ ਵਿਵਾਦ ਦਾ ਕਾਰਨ ਬਣੀ ਰਹੀ ਹੈ। ਚੀਨ ਜਿਹੜਾ ਹੈਗਾ ਇਸ ਰੇਖਾ ਨੂੰ ਨਹੀਂ ਮੰਨਦਾ, ਅਤੇ ਇਸ ਕਾਰਨ ਜਿਹੜਾ ਹੈਗਾ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਸੰਬੰਧ ਨੇ ਉਹ ਤਲਖੀ ਵਾਲੇ ਬਣੇ ਹੋਏ ਆ। ਦੂਜਾ ਕਾਰਨ ਹੈਗਾ ਕਿ ਚੀਨ ਦੀ ਪਾਕਿਸਤਾਨ ਨੂੰ ਭਾਰਤ ਦੇ ਖਿਲਾਫ ਮਦਦ ਕਰਨਾ। ਚੀਨ ਜਿਹੜਾ ਹੈਗਾ ਉਹ ਪਾਕਿਸਤਾਨ ਨੂੰ ਮਦਦ ਕਰਦਾ, ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਦਾ ਕਿ ਉਹ ਭਾਰਤ ਦੇ ਖਿਲਾਫ ਕਾਰਵਾਈ ਕਰੇ, ਤਾਂ ਇਸ ਤਰੀਕੇ ਨਾਲ ਵੀ ਚੀਨ ਅਤੇ ਭਾਰਤ ਦੇ ਜਿਹੜੇ ਸੰਬੰਧ ਹੈਗੇ ਆ ਉਹ ਉਹਨਾਂ 'ਚ ਤਣਾਅ ਬਣਿਆ ਹੋਇਆ। ਪ੍ਰਸ਼ਨ ਨੰਬਰ 2 ਵੇਖੋ ਤਾਸ਼ਕੰਦ ਸਮਝੌਤੇ ਬਾਰੇ ਦੱਸੋ। ਬੱਚੋ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਜਿਹੜਾ ਤਾਸ਼ਕੰਦ ਸਮਝੌਤਾ ਹੋਇਆ ਸੀ ਇਹ ਹੋਇਆ ਸੀ 1966 ਦੇ ਵਿੱਚ। ਜਦੋਂ 1965 ਦਾ ਭਾਰਤ ਅਤੇ ਪਾਕਿਸਤਾਨ ਦਾ ਯੁੱਧ ਹੋਇਆ ਸੀ ਤਾਂ ਉਸ ਤੋਂ ਅਗਲੇ ਸਾਲ ਹੀ 1966 ਦੇ ਵਿੱਚ ਤਾਸ਼ਕੰਦ ਸਮਝੌਤਾ ਹੋਇਆ ਸੀ। ਇਹਦੇ ਵਿੱਚ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਅਤੇ ਪਾਕਿਸਤਾਨ ਦਾ ਜਿਹੜਾ ਰਾਸ਼ਟਰਪਤੀ ਸੀ ਜਨਰਲ ਅਯੂਬ ਖਾਨ, ਉਹਨਾਂ ਨੇ ਇਸ ਸਮਝੌਤੇ ਦੇ ਉੱਪਰ ਦਸਤਖਤ ਕੀਤੇ ਸਨ। ਇਸ ਸਮਝੌਤੇ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਇਲਾਕਾ ਭਾਰਤ ਨੇ ਪਾਕਿਸਤਾਨ ਤੋਂ ਖੋਹਿਆ ਹੈ ਉਹ ਭਾਰਤ ਪਾਕਿਸਤਾਨ ਨੂੰ ਵਾਪਸ ਕਰੇਗਾ, ਅਤੇ ਜਿਹੜਾ ਪਾਕਿਸਤਾਨ ਨੇ ਭਾਰਤ ਦਾ ਇਲਾਕੇ 'ਤੇ ਕਬਜ਼ਾ ਕੀਤਾ ਅਤੇ ਉਹ ਪਾਕਿਸਤਾਨ ਭਾਰਤ ਨੂੰ ਵਾਪਸ ਕਰ ਦੇਗਾ। ਤਾਂ ਕਹਿਣ ਦਾ ਮਤਲਬ ਹੈਗਾ ਕਿ ਇਸ ਸਮਝੌਤੇ 'ਚ ਇਹ ਕਿਹਾ ਗਿਆ ਕਿ ਦੋਨੋਂ ਦੇਸ਼ ਪਹਿਲਾਂ ਯੁੱਧ ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਣਗੇ। ਨੈਕਸਟ ਕੁਐਸਚਨ ਹੈਗਾ ਪ੍ਰਸ਼ਨ ਨੰਬਰ 3 1999 ਦੇ ਕਾਰਗਿਲ ਯੁੱਧ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ। ਤਾਂ 1999 ਵਿੱਚ ਪਾਕਿਸਤਾਨ ਦੀ ਜਿਹੜੀ ਸੈਨਾ ਹੈਗੀ ਸੀ ਉਹਨੇ ਭਾਰਤ ਦੇ ਵਿੱਚ ਇੱਕ ਪਹਾੜੀ ਹੈਗੀ ਕਾਰਗਿਲ ਦੀ ਪਹਾੜੀ ਜਿਹੜੀ ਜੰਮੂ ਕਸ਼ਮੀਰ ਵਿੱਚ ਹੈਗੀ ਹੈ, ਤਾਂ ਉਸ ਪਹਾੜੀ ਦੇ ਉੱਪਰ ਪਾਕਿਸਤਾਨ ਦੀ ਸੈਨਾ ਨੇ ਕਬਜ਼ਾ ਕਰ ਲਿਆ ਸੀ। ਭਾਰਤ ਨੇ ਪਹਿਲਾਂ ਤਾਂ ਇਹਦਾ ਵਿਰੋਧ ਕੀਤਾ, ਪਰ ਜਿਹੜੀ ਪਾਕਿਸਤਾਨ ਦੀ ਫੌਜ ਹੈਗੀ ਸੀ ਉਹ ਬੜੀ ਬੇਸ਼ਰਮ ਸੀ, ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਖਾਲੀ ਨਹੀਂ ਕਰਦੇ। ਤਾਂ ਉਸ ਤੋਂ ਬਾਅਦ ਫਿਰ ਭਾਰਤੀ ਸੈਨਾ ਨੇ ਆਪਣੇ ਤਾਕਤ ਵਿਖਾਈ ਅਤੇ ਪਾਕਿਸਤਾਨ ਦੀ
ਸੈਨਾ ਨੂੰ ਭਾਜਣਾ ਪਈਆਂ ਅਤੇ ਪਾਕਿਸਤਾਨ ਨੂੰ ਜਿਹੜਾ ਹੈਗਾ ਅਸੀਂ ਉੱਥੋਂ ਮੂੰਹ ਦਿਖਾਣੀ ਪੈ ਗਈ। ਤਾਂ ਇਸ ਤਰੀਕੇ ਨਾਲ ਇਹ ਜਿਹੜਾ ਯੁੱਧ ਸੀ ਉਹ ਭਾਰਤ ਨੇ ਜਿੱਤਿਆ ਸੀ 1999 ਦਾ ਯੁੱਧ। ਉਸ ਤੋਂ ਅੱਗੇ ਆ ਗਏ 4 ਨੰਬਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈਗਾ ਸ਼ਿਮਲਾ ਸਮਝੌਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ। ਜਿਹੜਾ ਸ਼ਿਮਲੇ ਦਾ ਸਮਝੌਤਾ ਹੋਇਆ ਸੀ ਇਹ 1972 ਵਿੱਚ ਹੋਇਆ ਸੀਗਾ। ਤੁਹਾਨੂੰ ਮੈਂ ਇਹ ਵੀ ਦੱਸ ਚੁੱਕਿਆ ਪਹਿਲਾਂ ਕਿ ਜਦੋਂ ਭਾਰਤ ਪਾਕਿਸਤਾਨ ਯੁੱਧ 1971 ਦਾ ਲੱਗਿਆ ਸੀਗਾ, ਜਿਹਦੇ ਵਿੱਚ ਬੰਗਲਾਦੇਸ਼ ਨਵਾਂ ਦੇਸ਼ ਬਣਿਆ, ਤਾਂ ਉਸ ਤੋਂ ਬਾਅਦ 1972 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇੱਕ ਸਮਝੌਤਾ ਹੁੰਦਾ ਜਿਹੜਾ ਸ਼ਿਮਲੇ ਦੇ ਵਿੱਚ ਹੋਇਆ ਸੀ, ਤਾਂ ਕਰਕੇ ਇਸ ਨੂੰ ਸ਼ਿਮਲੇ ਦਾ ਸਮਝੌਤਾ ਕਿਹਾ ਜਾਂਦਾ ਹੈ। ਤਾਂ ਇਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਅਤੇ ਉਧਰ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੇ ਵਿਚਕਾਰ ਇਹ ਸਮਝੌਤਾ ਆਇਆ ਸੀ। ਅਤੇ ਇਹਦੇ ਵਿੱਚ ਕੀ ਕੁਛ ਕਿਹਾ ਗਿਆ, ਕੀ ਵਿਸ਼ੇਸ਼ਤਾਵਾਂ ਸੀ ਉਹਦੀਆਂ। ਪਹਿਲੀ ਵਿਸ਼ੇਸ਼ਤਾ ਹੈਗੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਜਿਹੜੇ ਨੇ ਉਹ ਤਣਾਅ ਨੂੰ ਖਤਮ ਕਰਨੀਆਂ, ਕਿਉਂਕਿ ਉਸ ਸਮੇਂ ਨਵਾਂ ਜਲਦੀ ਜੇ ਯੁੱਧ ਲੱਗਿਆ ਸੀਗਾ, ਬੰਗਲਾਦੇਸ਼ ਅਜੇ ਨਵਾਂ ਹੋਂਦ ਵਿੱਚ ਆਇਆ ਸੀ। ਤਾਂ ਇਹਨਾਂ ਦੋਨਾਂ ਦੇਸ਼ਾਂ ਵਿਚਕਾਰ ਭਾਰਤ ਅਤੇ ਪਾਕਿਸਤਾਨ ਦੀਆਂ ਜਿਹੜੀਆਂ ਸਰਕਾਰਾਂ ਸੀ ਇਹਨਾਂ ਵਿੱਚ ਤਲਖੀ ਬਹੁਤ ਸੀਗੀ, ਤਣਾਅ ਬਹੁਤ ਸੀਗਾ, ਸਟ੍ਰੈਸ ਬਹੁਤ ਸੀਗਾ, ਇੱਕ ਦੂਜੇ ਨਾਲ ਨਫ਼ਰਤ ਸੀਗੀ। ਤਾਂ ਇਸ ਸਮਝੌਤੇ 'ਚ ਇਹ ਕਿਹਾ ਗਿਆ ਕਿ ਇਹਨਾਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨਫ਼ਰਤ ਨੂੰ, ਤਣਾਅ ਨੂੰ ਖਤਮ ਕਰਨਗੀਆਂ। ਦੂਜੀ ਇਸ ਸਮਝੌਤੇ ਦੀ ਜਿਹੜੀ ਕੰਡੀਸ਼ਨ ਸੀ ਉਹ ਸੀਗੀ ਕਿ ਦੋਵੇਂ ਸਰਕਾਰਾਂ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਬੰਦ ਕਰਨਗੀਆਂ। ਦੋਵੇਂ ਦੇਸ਼ ਜਿਹੜੇ ਹੈਗੇ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਕਰ ਰਹੇ ਸੀਗੇ, ਇੱਕ ਦੂਜੇ ਉੱਪਰ ਦੂਸ਼ਣਬਾਜ਼ੀ ਕਰ ਰਹੇ ਸੀ। ਤਾਂ ਇਹ ਸਮਝੌਤੇ 'ਚ ਇਹ ਕਿਹਾ ਗਿਆ ਕਿ ਕੋਈ ਵੀ ਦੇਸ਼ ਦੂਜੇ ਦੇਸ਼ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਦੂਸ਼ਣਬਾਜ਼ੀ ਨਹੀਂ ਕਰੇਗਾ। ਤੀਸਰਾ ਇਹਦਾ ਸਮਝੌਤੇ ਦਾ ਸੀਗਾ ਕਿ ਇਹ ਦੋਨੋਂ ਦੇਸ਼ ਜਿਹੜੇ ਹੈਗੇ ਉਹ ਚੰਗੇ ਸੰਬੰਧ ਬਣਾਉਣਗੇ ਤਾਂ ਕਿ ਜਿਹੜੀਆਂ ਹਵਾਈ ਉਡਾਨਾਂ ਵਗੈਰਾ ਜਿਹੜੀਆਂ ਹੈਗੀਆਂ ਸੀ, ਹਵਾਈ ਜਹਾਜ਼ ਜਿਹੜੇ ਇੱਕ ਦੂਜੇ ਦੇਸ਼ਾਂ ਵਿੱਚ ਆ ਜਾ ਸਕਣ। ਚੌਥੀ ਮੱਦ ਸੀਗੀ ਇਸ ਸਮਝੌਤੇ ਦੀ ਕਿ ਵਪਾਰ ਅਤੇ ਜਿਹੜਾ ਸੱਭਿਆਚਾਰ ਜਿਹੜਾ ਹੈਗਾ ਉਹਨੂੰ ਵਿਕਸਿਤ ਕੀਤਾ ਜਾਏਗਾ, ਵਪਾਰ ਵਧਾਇਆ ਜਾਵੇਗਾ ਅਤੇ ਲੋਕਾਂ ਦਾ ਆਉਣ ਜਾਣ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਜਾਏਗਾ। ਇਹ ਸੀਗਾ ਸ਼ਿਮਲਾ ਸਮਝੌਤਾ। ਪ੍ਰਸ਼ਨ ਨੰਬਰ 2 ਹੈਗਾ ਭਾਰਤ ਚੀਨ ਸੰਬੰਧਾਂ ਦਾ ਵਰਣਨ ਕਰੋ। ਤੁਹਾਨੂੰ ਮੈਂ ਦੱਸ ਚੁੱਕਿਆ ਕਿ ਭਾਰਤ ਅਤੇ ਚੀਨ ਦੇ ਜਿਹੜੇ 2 ਦੇਸ਼ ਨੇ ਇਹ ਬੜੇ ਮਹੱਤਵਪੂਰਨ ਦੇਸ਼ ਨੇ, ਏਸ਼ੀਆ ਦੇ ਜਿਹੜੇ ਹੈਗੇ ਨੇ ਬੜੇ ਪਾਵਰਫੁਲ ਦੇਸ਼ ਨੇ। ਭਾਰਤ ਵੀ ਬੜਾ ਫੌਜੀ ਸ਼ਕਤੀ ਵਾਲੇ ਪਾਸੋਂ 4ਥੇ ਨੰਬਰ 'ਤੇ ਆਉਂਦਾ ਅਤੇ ਚੀਨ ਜਿਹੜਾ ਹੈਗਾ ਇਹ ਵੀ ਇੱਕ ਬੜਾ ਪਾਵਰਫੁਲ ਦੇਸ਼ ਹੈਗਾ। ਪਰ ਇਹਨਾਂ ਦੋਨਾਂ ਦੇਸ਼ਾਂ ਦੇ ਜਿਹੜੇ ਸੰਬੰਧ ਨੇ ਉਹ ਇੰਨੇ ਵਧੀਆ ਨਹੀਂ ਹੈਗੇ। ਪਹਿਲਾਂ ਤਾਂ ਸੰਬੰਧ ਠੀਕ ਸੀ, ਪਰ ਚੀਨ ਜਿਹੜਾ ਹੈਗਾ ਇਹ ਧੋਖੇਬਾਜ਼ ਨਿਕਲਿਆ। ਇਹਨੇ 1962 ਵਿੱਚ ਸਾਡੇ ਦੇਸ਼ ਦੇ ਉੱਪਰ ਹਮਲਾ ਕੀਤਾ ਸੀ ਤਾਂ ਸਾਡੇ ਏਰੀਆ ਦਾ ਬਹੁਤ ਸਾਰੇ ਏਰੀਆ 'ਤੇ ਕਬਜ਼ਾ ਕਰ ਲਿਆ ਸੀਗਾ। ਤਾਂ ਉਸ ਤੋਂ ਬਾਅਦ ਇਹ ਸਾਡੇ ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਸੰਬੰਧ ਸੀ ਉਹ ਵਿਗੜ ਗਏ। ਅਤੇ ਹਾਲਾਂਕਿ ਭਾਰਤ ਨੇ ਚੀਨ ਦੇ ਬੜੀ ਹੈਲਪ ਕੀਤੀ ਸੀ। ਜਦੋਂ ਚੀਨ 1948 ਵਿੱਚ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਭਾਰਤ ਨੇ ਚੀਨ ਨੂੰ ਸੰਯੁਕਤ ਰਾਸ਼ਟਰ ਦਾ ਮੈਂਬਰ ਵੀ ਬਣਾਇਆ ਸੀਗਾ। ਇਸ ਤੋਂ ਇਲਾਵਾ ਭਾਰਤ ਨੇ ਚੀਨ ਨੂੰ ਸੁਰੱਖਿਆ ਪਰਿਸ਼ਦ ਦੇ ਮੈਂਬਰ ਬਣਾਉਣ ਵਿੱਚ ਵੀ ਸਹਾਇਤਾ ਕੀਤੀ ਸੀ। ਤਾਂ ਪਰ ਬਾਵਜੂਦ ਇਸ ਦੇ ਵਿੱਚ ਕਿ ਜਿਹੜਾ ਚੀਨ ਹੈਗਾ ਇਹਨੇ ਸਾਡੇ ਨਾਲ ਹਮੇਸ਼ਾ ਵਿਸ਼ਵਾਸਘਾਤ ਕੀਤਾ ਹੈ। ਹਾਲਾਂਕਿ ਸਾਡਾ ਚੀਨ ਦੇ ਨਾਲ ਬਹੁਤ ਵੱਡੇ ਪੱਧਰ 'ਤੇ ਵਪਾਰ ਹੋ ਰਿਹਾ। ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਮੋਬਾਈਲ ਕੰਪਨੀਆਂ ਨੇ ਉਹ ਚੀਨ ਦੀਆਂ ਹੀ ਨੇ, ਜਿਹੜੀਆਂ ਭਾਰਤ ਵਿੱਚ ਆਪਣੇ ਮੋਬਾਈਲ ਵੇਚ ਰਹੀਆਂ ਨੇ, ਜਾਂ ਫਿਰ ਹੋਰ ਕਾਫੀ ਸਾਰਾ ਸਮਾਨ ਜਿਹੜਾ ਹੈਗਾ ਇਲੈਕਟ੍ਰੋਨਿਕਸ ਦਾ ਉਹ ਚੀਨ ਤੋਂ ਆ ਰਿਹਾ। ਤਾਂ ਭਾਵੇਂ ਵਪਾਰ ਵਿੱਚ ਤਾਂ ਵਾਧਾ ਹੋਇਆ ਪਰ ਜਿਹੜੇ ਸਾਡੇ ਸੰਬੰਧ ਹੈਗੇ ਆ ਉਹ ਇੰਨੇ ਵਧੀਆ ਨਹੀਂ ਰਹੇ। ਪਿਛਲੇ ਦਿਨੀਂ ਤੁਹਾਨੂੰ ਪਤਾ ਹੈ ਕਿ ਸਾਡੇ ਚੀਨ ਦੇ ਨਾਲ ਜਦੋਂ ਬਾਰਡਰ ਦੇ ਉੱਪਰ ਰੌਲਾ ਪਿਆ ਸੀ ਤਾਂ ਸਾਡੇ ਲੋਕਾਂ ਨੇ ਚੀਨ ਦੇ ਸਮਾਨ ਦਾ ਬਹਿਸ਼ਕਾਰ ਕੀਤਾ ਸੀ। ਕਿਹਾ ਸੀ ਕਿ ਚੀਨ ਤੋਂ ਜੋ ਸਮਾਨ ਆਉਂਦਾ ਉਹ ਅਸੀਂ ਨਹੀਂ ਵਰਤਣਾ, ਪਟਾਕੇ ਨਹੀਂ ਅਸੀਂ ਖਰੀਦਣੇ, ਜਾਂ ਹੋਰ ਚੀਨ ਦੀਆਂ ਜਿਹੜੀਆਂ ਲੜੀਆਂ ਨੇ ਜਿਹੜੀਆਂ ਅਸੀਂ ਦੀਵਾਲੀ ਵਿੱਚ ਲਗਾਉਂਦੇ ਹਾਂ ਉਹ ਅਸੀਂ ਨਹੀਂ ਖਰੀਦਾਂਗੇ। ਤਾਂ ਪਰ ਫਿਰ ਵੀ ਸਾਡਾ ਵਪਾਰ ਤਾਂ ਚੱਲ ਹੀ ਰਿਹਾ। ਚਲੋ ਆਸ ਕਰਦੇ ਹਾਂ ਕਿ ਚੀਨ ਦੇ ਨਾਲ ਸਾਡੇ ਸੰਬੰਧ ਸੁਖਾਵੇਂ ਹੋਣਗੇ। ਅੱਗੇ ਪ੍ਰਸ਼ਨ ਨੰਬਰ 3 ਹੈਗਾ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੀ ਬਣਤਰ ਦੱਸੋ। ਤਾਂ ਤੁਹਾਨੂੰ ਪਤਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਮਨੁੱਖੀ ਅਧਿਕਾਰ ਆਯੋਗ ਬਣਾਇਆ ਗਿਆ ਸੀਗਾ, ਯੂਨਾਈਟਿਡ ਨੇਸ਼ਨ ਨੇ ਬਣਾਇਆ ਸੀ 10 ਦਸੰਬਰ 1948 ਨੂੰ। ਤਾਂ ਉਸੇ ਤਰਜ਼ 'ਤੇ ਭਾਰਤ ਨੇ ਵੀ ਆਪਣੇ ਦੇਸ਼ ਵਿੱਚ ਇੱਕ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਬਣਾਇਆ। ਇਹਦੇ 4 ਮੈਂਬਰ ਹੁੰਦੇ ਨੇ, ਇੱਕ ਪ੍ਰਧਾਨ ਹੁੰਦਾ ਅਤੇ ਇਹਦੇ ਵਿੱਚ ਜਿਹੜਾ ਪ੍ਰਧਾਨ ਹੁੰਦਾ ਉਹ ਪ੍ਰਧਾਨ ਮੰਤਰੀ ਹੁੰਦਾ ਦੇਸ਼ ਦਾ, ਉਹਨੂੰ ਇਸ ਆਯੋਗ ਦਾ ਪ੍ਰਧਾਨ ਬਣਾਇਆ ਜਾਂਦਾ। ਇਸ ਤੋਂ ਇਲਾਵਾ ਇਹਦੇ 'ਚ ਇੱਕ ਲੋਕ ਸਭਾ ਦਾ ਸਪੀਕਰ ਹੁੰਦਾ, ਇੱਕ ਲੋਕ ਸਭਾ ਦਾ ਵਿਰੋਧੀ ਦਲ ਦਾ ਨੇਤਾ ਹੁੰਦਾ, ਰਾਜ ਸਭਾ ਦਾ ਉਪ ਅਧਿਅਕਸ਼ ਹੁੰਦਾ ਅਤੇ ਇਸ ਤੋਂ ਇਲਾਵਾ ਇੱਕ ਸਰਕਾਰ ਦੇ ਅੰਦਰੂਨੀ ਮਾਮਲਿਆਂ ਦਾ ਮੰਤਰੀ ਹੁੰਦਾ। ਇਸ ਤਰ੍ਹਾਂ ਇਹ
ਟੋਟਲ 5 ਮੈਂਬਰ ਹੁੰਦੇ ਨੇ ਇਸ ਅਧਿਕਾਰ ਮਨੁੱਖੀ ਅਧਿਕਾਰ ਆਯੋਗ ਦੇ, ਅਤੇ ਇਹਨਾਂ ਮੈਂਬਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ। ਸੋ ਇਹ ਤੁਸੀਂ ਯਾਦ ਰੱਖਣਾ। ਚੌਥਾ ਪ੍ਰਸ਼ਨ ਹੈ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੰਮਾਂ ਦਾ ਵਰਣਨ। ਕਿਹੜੇ ਕਿਹੜੇ ਕੰਮ ਕਰਦਾ ਇਹ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈਗਾ, ਇਹ ਕੰਮ ਕਿਹੜੇ ਕਿਹੜੇ ਕਰਦਾ? ਦੇਖੋ, ਜਿੱਥੇ ਕਿਤੇ ਵੀ ਮਨੁੱਖੀ ਜਿਹੜੇ ਅਧਿਕਾਰ ਨੇ ਅਗਰ ਉਹਨਾਂ ਦੀ ਕਿਤੇ ਉਲੰਘਣਾ ਹੁੰਦੀ ਹੈ, ਦੇਖੋ ਸਾਨੂੰ ਕਿਹੜੇ ਕਿਹੜੇ ਅਧਿਕਾਰ ਮਿਲੇ। ਸਾਨੂੰ ਜਿਉਣ ਦਾ ਅਧਿਕਾਰ ਹੈ, ਸਾਨੂੰ ਆਪਣੀ ਆਵਾਜ਼ ਦੂਜਿਆਂ ਦੇ ਸਾਹਮਣੇ ਪ੍ਰਗਟ ਕਰਨ ਦਾ, ਆਪਣੇ ਵਿਚਾਰ ਪ੍ਰਗਟ ਕਰਨ ਦਾ ਸਾਨੂੰ ਅਧਿਕਾਰ ਹੈ। ਅਗਰ ਕਿਧਰੇ ਵੀ ਸਰਕਾਰਾਂ ਮਨੁੱਖੀ ਅਧਿਕਾਰਾਂ ਨੂੰ ਖੋਹਣ ਦੀ ਕੋਸ਼ਿਸ਼ ਕਰਦੀਆਂ ਨੇ ਜਾਂ ਕਿਧਰੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਤਾਂ ਉਸ ਸਮੇਂ ਇਹ ਕਮਿਸ਼ਨ ਜਿਹੜਾ ਹੈਗਾ ਉਹ ਸਾਨੂੰ ਸਾਡੇ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਨੂੰ ਸਾਨੂੰ ਦਿਵਾਉਂਦਾ ਹੈ। ਤਾਂ ਕੀ ਕੀ ਕੰਮ ਕਰਦਾ? ਇੱਕ ਤਾਂ ਮਨੁੱਖੀ ਅਧਿਕਾਰ ਦੀ ਉਲੰਘਣਾ ਨੂੰ ਰੋਕਣ ਸੰਬੰਧੀ ਪ੍ਰਯੋਗ ਕੀਤੀ ਗਈ ਲਾਪਰਵਾਹੀ ਦੀ ਜਾਂਚ ਪੜਤਾਲ ਕਰਦਾ ਹੈ। ਅਗਰ ਕਈ ਵਾਰ ਕੀ ਹੁੰਦਾ ਹੈ ਕਿ ਕਈ ਥਾਵਾਂ 'ਤੇ ਜੇਲ੍ਹਾਂ ਦੇ ਵਿੱਚ ਲੋਕਾਂ ਦਾ ਜਿਹੜਾ ਲੋਕਾਂ ਨੂੰ ਇਹੋ ਜਿਹੀ ਜਗ੍ਹਾ 'ਤੇ ਰੱਖਿਆ ਜਾਂਦਾ ਜਿੱਥੇ ਮਨੁੱਖ ਨੂੰ ਨਹੀਂ ਰੱਖਣਾ ਚਾਹੀਦਾ। ਮਤਲਬ ਕਿ ਕਈ ਵਾਰੀ ਜੇਲ੍ਹਾਂ ਵਿੱਚ ਲੋਕਾਂ ਦੇ ਹਾਲਾਤ ਬੜੇ ਬਦ ਤੋਂ ਬਦਤਰ ਹੁੰਦੇ ਨੇ, ਤਾਂ ਉਹੋ ਜਿਹੀ ਜਗ੍ਹਾ 'ਤੇ ਇਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਮੈਂਬਰ ਹੈਗੇ ਉਹ ਜਾਂਦੇ ਆ, ਦੌਰਾ ਕਰਦੇ ਆ। ਅਗਰ ਕਿਧਰੇ ਇਸ ਤਰ੍ਹਾਂ ਲੱਗਦਾ ਤਾਂ ਫਿਰ ਇਸ ਤਰ੍ਹਾਂ ਸਰਕਾਰਾਂ ਨੂੰ ਰੋਕਿਆ ਜਾਂਦਾ। ਜੇਲ੍ਹਾਂ ਵਿੱਚ ਜਿਹੜੇ ਬੰਦ ਕੈਦੀਆਂ ਹੁੰਦੇ ਨੇ ਉਹਨਾਂ ਦੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਇਹ ਕੰਮ ਕਰਦੇ ਨੇ। ਸਮਾਜ ਵਿੱਚ ਵੀ ਅਗਰ ਕਿਧਰੇ ਕੋਈ ਕਿਸੇ ਵਿਅਕਤੀ ਦੇ ਉੱਪਰ ਤਸ਼ੱਦਦ ਹੁੰਦਾ ਹੈ, ਕੋਈ ਕਿਸੇ ਨਾਲ ਜ਼ਬਰ ਜ਼ੁਲਮ ਹੁੰਦਾ ਹੈ, ਤਾਂ ਇਹ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈਗਾ ਇਹ ਤਸ਼ੱਦਦ ਨੂੰ ਰੋਕਦਾ ਹੈ। ਕਈ ਵਾਰ ਤੁਸੀਂ ਵੇਖਿਆ ਹੋਣਾ ਕਈ ਜਿਹੜੇ ਬਾਬੇ ਹੁੰਦੇ ਆ ਉਹ ਕਈ ਲੋਕ ਬਾਬਿਆਂ ਨੂੰ ਮੰਨਦੇ ਆ, ਜਿਹੜੇ ਆ ਸਿਆਣੇ ਬਣੇ ਹੋਏ ਆ, ਤਾਂ ਸਿਆਣੇ ਕਈਆਂ ਨੂੰ ਚਮਟੇ ਮਾਰ ਕੇ ਉਹਨਾਂ ਦੇ ਲਾਸ਼ਾਂ ਪਾ ਦਿੰਦੇ ਆ। ਤਾਂ ਉਹੋ ਜਿਹੀ ਥਾਂ 'ਤੇ ਵੀ ਇਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਲੋਕ ਜਾਂਦੇ ਆ ਅਤੇ ਇਹੋ ਜਿਹੇ ਬਾਬਿਆਂ ਨੂੰ ਵੀ ਫੜਦੇ ਆ। ਨੈਕਸਟ ਪ੍ਰਸ਼ਨ ਹੈਗਾ, ਨਿਸ਼ਸਤਰੀਕਰਨ ਦੇ ਪ੍ਰਤੀ ਭਾਰਤ ਦਾ ਕੀ ਦ੍ਰਿਸ਼ਟੀਕੋਣ ਹੈ? ਤਾਂ ਨਿਸ਼ਸਤਰੀਕਰਨ ਕੀ ਹੁੰਦਾ? ਨਿਸ਼ਸਤਰੀਕਰਨ ਦਾ ਮਤਲਬ ਹੈਗਾ ਕਿ ਹਥਿਆਰਾਂ ਦੀ ਦੌੜ ਨੂੰ ਰੋਕਣਾ। ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਅੱਜ ਬਹੁਤ ਸਾਰੇ ਦੇਸ਼ਾਂ ਨੇ ਬਹੁਤ ਖਤਰਨਾਕ ਹਥਿਆਰ ਬਣਾ ਲਏ ਨੇ। ਤਾਂ ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਾਰੀ ਧਰਤੀ ਦੇ ਉੱਪਰ ਧਰਤੀ ਦਾ ਨਾਸ਼ ਹੋ ਜਾਏਗਾ। ਕਿਉਂਕਿ ਜੇਕਰ ਜਿਵੇਂ ਅਸੀਂ ਇਹ ਬੰਬ ਬਣਾ ਰਹੇ ਹਾਂ, ਤਾਂ ਜੇਕਰ ਇਹ ਬੰਬ ਕਦੇ ਫਟ ਗਏ ਤਾਂ ਸਾਡੀ ਸਾਰੀ ਧਰਤੀ ਜਿਹੜੀ ਹੈ ਉਹ ਤਬਾਹ ਹੋ ਜਾਏਗੀ। ਸੋ ਭਾਰਤ ਇਹ ਸੋਚਦਾ ਹੈ ਕਿ ਜਿਹੜੇ ਹਥਿਆਰ ਹੈਗੇ ਉਹ ਨਹੀਂ ਬਣਨੇ ਚਾਹੀਦੇ। ਹਾਲਾਂਕਿ ਭਾਰਤ ਨੇ ਖੁਦ ਵੀ ਹਥਿਆਰ ਬਣਾਏ ਆ, ਪਰ ਭਾਰਤ ਕਹਿੰਦਾ ਕਿ ਅਸੀਂ ਇਹ ਹਥਿਆਰ ਕਿਸੇ ਨੂੰ ਡਰਾਉਣ ਧਮਕਾਉਣ ਵਾਸਤੇ ਨਹੀਂ ਬਣਾਏ, ਅਸੀਂ ਕਿਸੇ 'ਤੇ ਹਮਲਾ ਕਰਨ ਵਾਸਤੇ ਨਹੀਂ ਬਣਾਏ, ਅਸੀਂ ਸਿਰਫ ਆਪਣੀ ਸੁਰੱਖਿਆ ਵਾਸਤੇ ਇਹ ਹਥਿਆਰ ਬਣਾਏ ਨੇ। ਤਾਂ ਭਾਰਤ ਨੇ 1974 ਅਤੇ 1998 ਵਿੱਚ ਪਰਮਾਣੂ ਧਮਾਕੇ ਵੀ ਕੀਤੇ ਸੀ। 1974 ਅਤੇ 1998 ਵਿੱਚ ਪੋਖਰਨ, ਰਾਜਸਥਾਨ ਦਾ ਸ਼ਹਿਰ ਹੈਗਾ ਪੋਖਰਨ, ਉੱਥੇ ਪਰਮਾਣੂ ਧਮਾਕੇ ਕੀਤੇ ਸੀ। ਤਾਂ ਇਸ ਗੱਲ ਨੂੰ ਲੈ ਕੇ ਅਮਰੀਕਾ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਭਾਰਤ CTBT ਇੱਕ ਟ੍ਰੇਡ ਸਮਝੌਤਾ ਹੋਇਆ ਸੀ CTBT ਦਾ, ਭਾਰਤ ਇਹਦਾ ਵਿਰੋਧ ਕਰਦਾ ਹੈ। ਤਾਂ ਪਰ ਭਾਰਤ ਫਿਰ ਵੀ ਨਿਸ਼ਸਤਰੀਕਰਨ ਦਾ ਸਮਰਥਕ ਹੈ। ਭਾਰਤ ਚਾਹੁੰਦਾ ਕਿ ਦੁਨੀਆ 'ਚ ਹਥਿਆਰ ਨਾ ਬਣਨ ਅਤੇ ਦੁਨੀਆ 'ਚ ਸ਼ਾਂਤੀ ਕਾਇਮ ਰਹੇ। 6ਵਾਂ ਪ੍ਰਸ਼ਨ ਹੈਗਾ, ਵਿਸ਼ਵੀਕਰਨ ਤੋਂ ਤੁਹਾਡਾ ਕੀ ਭਾਵ ਹੈ? ਵਿਸ਼ਵੀਕਰਨ ਦਾ ਅਰਥ ਹੈਗਾ ਕਿ ਸਾਰੀ ਦੁਨੀਆ ਇੱਕ ਹੈਗੀ ਏ, ਸਾਰੇ ਦੇਸ਼ਾਂ ਦੀਆਂ ਜਿਹੜੀਆਂ ਅਰਥ ਵਿਵਸਥਾ ਨੇ ਇਹ ਆਪਸ ਵਿੱਚ ਜੁੜੀਆਂ ਹੋਣ। ਅਸੀਂ ਕਿੱਥੋਂ ਮਰਜ਼ੀ ਸਮਾਨ ਮੰਗਾ ਲਈਏ, ਕਿੱਥੇ ਮਰਜ਼ੀ ਸਮਾਨ ਭੇਜ ਦਈਏ, ਸਾਰੀ ਦੁਨੀਆ ਜਿਹੜੀ ਉਹ ਇੱਕ ਮੰਡੀ ਹੋਣੀ ਚਾਹੀਦੀ ਹੈ। ਇਹਨੂੰ ਅਸੀਂ ਕਹਿ ਦਿੰਦੇ ਹਾਂ ਵਿਸ਼ਵੀਕਰਨ। 1995 ਵਿੱਚ ਜਦੋਂ ਵਿਸ਼ਵ ਵਪਾਰ ਸੰਗਠਨ ਬਣਿਆ ਸੀਗਾ, ਜਿਹਨੂੰ ਅਸੀਂ WTO ਕਹਿ ਦਿੰਦੇ ਹਾਂ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਤਾਂ ਉਸ ਸਮੇਂ ਵਿਸ਼ਵੀਕਰਨ ਦਾ ਕਨਸੈਪਟ ਜਿਹੜਾ ਸੀ ਹੋਂਦ ਵਿੱਚ ਆਇਆ ਸੀ। ਇਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਵੇਂ ਬੈਂਕਿੰਗ, ਬੀਮਾ, ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਮਤਲਬ ਇੱਕ ਦੇਸ਼ ਦੂਜੇ ਦੇਸ਼ ਜਾ ਕੇ ਆਪਣਾ ਨਿਵੇਸ਼ ਕਰ ਸਕਦਾ ਹੈ, ਫੈਕਟਰੀਆਂ ਲਗਾ ਸਕਦਾ ਹੈ, ਉਦਯੋਗ ਲਗਾ ਸਕਦਾ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਉਹ ਭਾਰਤ ਦੇ ਵਿੱਚ ਵਪਾਰ ਕਰ ਰਹੀਆਂ ਨੇ, ਭਾਰਤ ਦੀਆਂ ਕੰਪਨੀਆਂ ਵਿਦੇਸ਼ਾਂ 'ਚ ਜਾ ਕੇ ਵਪਾਰ ਕਰ ਰਹੀਆਂ ਨੇ। ਇਹਨੂੰ ਅਸੀਂ ਵਿਸ਼ਵੀਕਰਨ ਕਹਿੰਦੇ ਹਾਂ। ਅੱਜ ਬੱਚੋ ਇੰਨਾ ਹੀ ਬਹੁਤ ਹੈ। ਮੈਂ ਆਸ ਕਰਦਾ ਕਿ ਤੁਹਾਨੂੰ ਇਹ ਚੈਪਟਰ ਵਧੀਆ ਲੱਗਿਆ ਹੋਵੇਗਾ, ਤੁਹਾਨੂੰ ਸਮਝ ਵੀ ਲੱਗੀ ਹੋਏਗੀ। ਬਾਕੀ ਜਿਹੜਾ ਕੰਮ ਰਹਿ ਗਿਆ ਉਹ ਆਪਾਂ ਅਗਲੀ ਕਲਾਸ 'ਚ ਕਰਾਂਗੇ। ਧੰਨਵਾਦ ਸਾਰਿਆਂ ਦਾ।